कोई आवे संतो हर का जन संतो मेरा प्रीतम जन संतो मोहे मार्ग दिखलावे कोई आवे संतो हर का जन संतो मेरा प्रीतम जन संतो मोहे मार्ग ਛੋਟੇ ਬੱਚੇ ਦੀ ਸਮਝ ਵੀ ਛੋਟੀ ਹੁੰਦੀ ਹੈ। ਉਹ ਆਪਣੇ ਖਿਡੌਣਿਆਂ ਨੂੰ ਹੀ ਆਪਣੀ ਦੁਨੀਆ ਸਮਝਦਾ ਹੈ। ਮਾਮੂਲੀ ਖਿਡੌਣੇ ਟੁੱਟਣ ਤੇ ਰੋਣ ਲੱਗ ਪੈਂਦਾ ਹੈ, ਵਿਰਲਾਪ ਕਰਦਾ। ਪਰ ਜਦੋਂ ਟੁੱਟੇ ਹੋਏ ਖਿਡੌਣੇ ਦੇ ਬਦਲੇ ਉਸ ਨੂੰ ਵੱਧ ਕੀਮਤੀ ਤੇ ਸੋਹਣਾ ਖਿਡੌਣਾ ਮਿਲਦਾ ਹੈ ਤਾਂ ਉਹ ਖੁਦ ਬਖੁਦ ਪਹਿਲੇ ਖਿਡੌਣੇ ਨੂੰ ਭੁੱਲ ਜਾਂਦਾ ਹੈ ਤੇ ਨਵੇਂ ਖਿਡੌਣੇ ਨਾਲ ਖੇਡਣ ਲੱਗ ਪੈਂਦਾ ਹੈ। ਇਸੇ ਤਰ੍ਹਾਂ ਜਦੋਂ ਮਨੁੱਖ ਨੂੰ ਇਹ ਯਕੀਨ ਹੋ ਜਾਵੇ ਕਿ ਉਸ ਦੀ ਹਉਮੈ ਨੇ ਉਸ ਦੀਆਂ ਅੱਖਾਂ ਸਾਹਮਣੇ ਸਦਾ ਮਿੱਟੀ ਦੇ ਖਿਡੌਣੇ ਹੀ ਰੱਖੇ ਨੇ ਜੋ ਹਰ ਵੇਲੇ ਟੁੱਟਦੇ ਭੱਜਦੇ ਤੇ ਦੁਖੀ ਕਰਦੇ ਰਹਿੰਦੇ ਨੇ, ਤੇ ਉਸ ਨੂੰ ਇਹ ਵੀ ਪਤਾ ਲੱਗ ਜਾਵੇ ਕਿ ਹਉਮੈ ਦਾ ਤਿਆਗ ਕੀਤਿਆਂ ਦੁਨੀਆ ਦੀਆਂ ਅਟੱਲ ਤੇ ਵੱਡਮੁੱਲੀਆਂ ਦਾਤਾਂ ਉਸ ਨੂੰ ਮਿਲ ਜਾਣਗੀਆਂ, ਤਾਂ ਉਸ ਦੀ ਪੁਰਾਣੀ ਹਉਮੈ ਆਪਣੇ ਆਪ ਮਰ ਜਾਂਦੀ ਹੈ, ਮਿਟ ਜਾਂਦੀ ਹੈ। ਇਹ ਇਨਸਾਨ ਦਾ ਸੁਭਾਅ ਹੈ ਕਿ ਵਧੀਆ ਚੀਜ਼ਾਂ ਮਿਲ ਜਾਣ ਤੇ ਘਟੀਆ ਚੀਜ਼ਾਂ ਨੂੰ ਭੁਲਾ ਦਿੰਦਾ ਹੈ। ਕਿਸੇ ਦੀ ਪੁਰਾਣੀ ਘੜੀ ਡਿੱਗ ਪਵੇ ਤਾਂ ਉਸੇ ਵੇਲੇ ਸੋਨੇ ਦੀ ਘੜੀ ਲੱਭ ਪਵੇ ਤਾਂ ਉਹ ਆਪਣੀ ਪੁਰਾਣੀ ਘੜੀ ਵਾਸਤੇ ਵਿਰਲਾਪ ਨਹੀਂ ਕਰੇਗਾ। ਜਿਵੇਂ ਕਿਸੇ ਬੰਦੇ ਕੋਲੋਂ ਲੱਖ ਰੁਪਏ ਦੀ ਜਾਇਦਾਦ ਲੈ ਕੇ ਉਸ ਨੂੰ 50 ਲੱਖ ਦੀ ਜ਼ਗੀਰ ਮਿਲ ਜਾਏ ਤਾਂ ਉਹਨੂੰ ਪਹਿਲੀ 1 ਲੱਖ ਦੀ ਜਾਇਦਾਦ ਚਿੱਤ-ਚੇਤੇ ਵੀ ਨਹੀਂ ਰਹਿਣੀ। ਜਦੋਂ ਇਨਸਾਨ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਹਉਮੈ ਨੇ ਉਸ ਨੂੰ ਇੱਕ ਤੰਗ, ਛੋਟੀ ਤੇ ਬੜੀ ਲਿਮਟਿਡ ਜ਼ਿੰਦਗੀ ਦਿੱਤੀ ਸੀ, ਜਿਸ ਵਿੱਚ ਭਟਕਣਾ, ਕਲਪਨਾ, ਪਾਪ, ਥੁੜ, ਬਿਮਾਰੀ, ਬੇਵਫਾਈ, ਵਿਛੋੜਾ ਤੇ ਮੌਤ ਸੀ, ਤੇ ਉਸ ਨੂੰ ਛੱਡ ਕੇ ਇਹੋ ਜਿਹੀ ਜ਼ਿੰਦਗੀ ਦਾ ਗਿਆਨ ਹੋ ਜਾਵੇ ਜਿੱਥੇ ਪੂਰਨਤਾ, ਬੇਫਿਕਰੀ, ਬੇਮੁਥਾਜੀ, ਸਿਹਤ, ਖੁਸ਼ੀ, ਸ਼ਾਂਤੀ, ਆਨੰਦ, ਬੇਪਰਵਾਹੀ ਤੇ ਅਟੱਲ ਜ਼ਿੰਦਗੀ ਹੋਵੇ, ਤਾਂ ਇਨਸਾਨ ਖੁਸ਼ੀ ਨਾਲ ਹਉਮੈ ਵਾਲੀ ਜ਼ਿੰਦਗੀ ਦਾ ਤਿਆਗ ਕਰਕੇ ਇਸ ਨਵੀਂ ਦੁਨੀਆ ਵਿੱਚ ਰਹਿਣਾ ਮਨਜ਼ੂਰ ਕਰ ਲਵੇਗਾ। ਇਨਸਾਨ ਦੀ ਹਉਮੈ ਅਸਲ ਅਰਥਾਂ ਵਿੱਚ ਤਾਂ ਹੀ ਮਰ ਸਕਦੀ ਹੈ ਜੇ ਉਸ ਨੂੰ ਹਉਮੈ ਦੀ ਜ਼ਿੰਦਗੀ ਤੋਂ ਪੂਰੀ ਨਫ਼ਰਤ ਤੇ ਹਉਮੈ ਰਹਿਤ ਜ਼ਿੰਦਗੀ ਨਾਲ ਪੂਰੀ ਤਰ੍ਹਾਂ ਪਿਆਰ ਪੈਦਾ ਹੋ ਜਾਵੇ। ਇਸ ਨੂੰ ਜਿੰਨਾ ਛੇਤੀ ਤੇ ਆਸਾਨੀ ਨਾਲ ਬੰਦਗੀ ਜਾਂ ਨਾਮ ਅਭਿਆਸ ਪੂਰਾ ਕਰ ਸਕਦਾ ਹੈ, ਹੋਰ ਕੋਈ ਜੁਗਤੀ ਕਰ ਨਹੀਂ ਸਕਦੀ। ਅਭਿਆਸੀ ਬੰਦੇ ਨੂੰ ਦੁਨੀਆ ਅਸਲ ਸ਼ਕਲ ਵਿੱਚ ਨਜ਼ਰ ਆ ਜਾਂਦੀ ਹੈ। ਉਸ ਵਿੱਚ ਮਾਇਆ ਦਾ ਪਰਦਾ ਪਾੜ ਕੇ ਅਸਲੀਅਤ ਵੇਖਣ ਵਾਲੀ ਦ੍ਰਿਸ਼ਟੀ ਪੈਦਾ ਹੋ ਜਾਂਦੀ ਹੈ, ਜਿਸ ਨਾਲ ਉਹ ਸੱਚ ਤੇ ਝੂਠ ਦੀ ਪਛਾਣ ਕਰਕੇ ਅਸਲ ਜ਼ਿੰਦਗੀ ਹਾਸਲ ਕਰ ਲੈਂਦਾ ਹੈ ਤੇ ਉਸ ਦਾ ਮਹਾ ਆਨੰਦ ਮਾਣ ਕੇ ਸੱਚ ਨਾਲ ਜੁੜ ਕੇ ਸੱਚ ਦਾ ਰੂਪ ਹੋ ਜਾਂਦਾ ਹੈ। ਤੀਜਾ ਸਾਧਨ। ਹਉਮੈ ਦੇ ਤਿਆਗ ਦਾ ਤੀਜਾ ਸਾਧਨ ਆਪਣੇ ਮਨ ਦੀਆਂ ਇੱਛਾਵਾਂ ਨੂੰ ਰੋਕਣਾ ਤੇ ਕਾਬੂ ਵਿੱਚ ਲਿਆਉਣਾ ਹੈ। ਜੇ ਮਨ ਨੂੰ ਬਿਲਕੁਲ ਖੁੱਲ੍ਹਾ ਛੱਡ ਦਿਓ ਤਾਂ ਇਹ ਬੜੀਆਂ ਭਿਆਨਕ ਹਾਲਤਾਂ ਵਿੱਚ ਫਸਾ ਦਿੰਦਾ ਹੈ ਤੇ ਇਨਸਾਨ ਨੂੰ ਆਪਣਾ ਗੁਲਾਮ ਬਣਾ ਲੈਂਦਾ ਹੈ। ਇਸ ਦੀ ਇੱਕ ਗੱਲ ਮੰਨੋ ਤਾਂ 50 ਗੱਲਾਂ ਹੋਰ ਮਨਾਉਣ ਵਾਸਤੇ ਜ਼ੋਰ ਲਾਉਣਾ ਸ਼ੁਰੂ ਕਰ ਦਿੰਦਾ ਹੈ। ਮਨ ਦੀ ਤ੍ਰਿਸ਼ਨਾ ਵਾਹਿਗੁਰੂ ਨੂੰ ਮਿਲਣ ਤੋਂ ਬਿਨਾਂ ਕਦੇ ਬੁੱਝ ਨਹੀਂ ਸਕਦੀ। ਇਸ ਵਾਸਤੇ ਇਸ ਨੂੰ ਦੁਨਿਆਵੀ ਚੀਜ਼ਾਂ ਨਾਲ ਜਿੰਨਾ ਮਰਜ਼ੀ ਤ੍ਰਿਪਤ ਕਰਨ ਦਾ ਯਤਨ ਕਰੋ, ਓਨਾ ਹੀ ਇਹ ਬੇਸਬਰਾ ਹੁੰਦਾ ਜਾਏਗਾ ਤੇ ਆਪਣੀਆਂ ਇੱਛਾਵਾਂ ਨੂੰ ਹੋਰ ਵਧਾਈ ਜਾਵੇਗਾ। ਸਾਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਮਨ ਦਾ ਸੁਭਾਅ ਹੀ ਅਸੰਤੁਸ਼ਟ ਰਹਿਣਾ ਹੈ, ਭਾਵ ਮਨ ਕਦੇ ਤ੍ਰਿਪਤ ਨਹੀਂ ਹੁੰਦਾ। ਇਸ ਖਿਆਲ ਨਾਲ ਕਿ ਮਨ ਵਿੱਚ ਸਦਾ ਅਸੰਤੁਸ਼ਟ ਰਹਿਣ ਦੀ ਆਦਤ ਬੜੀ ਚੰਗੀ ਹੈ, ਇਸ ਦਾ ਸਭ ਤੋਂ ਵੱਡਾ ਅਵਗੁਣ
ਅਖੀਰ ਇਸ ਦੀ ਮੁਕਤੀ ਦਾ ਕਾਰਨ ਬਣ ਜਾਂਦਾ ਹੈ। ਜੇ ਇਸ ਵਿੱਚ ਇਹ ਡਿਸਸੈਟਿਸਫੈਕਸ਼ਨ ਦੀ ਆਦਤ ਨਾ ਹੁੰਦੀ ਤਾਂ ਇਹ ਕਦੇ ਵਾਹਿਗੁਰੂ ਤੱਕ ਨਾ ਪਹੁੰਚ ਸਕਦਾ। ਇਸ ਨੂੰ ਜਿੱਥੇ ਕਿਤੇ ਕੋਈ ਸੁੱਖ ਮਿਲ ਜਾਂਦਾ ਉੱਥੇ ਮਸਤ ਹੋ ਕੇ ਬੈਠਾ ਰਹਿੰਦਾ। ਇਸ ਦੇ ਅਰਥ ਇਹ ਨੇ ਕਿ ਉਸ ਦੀ ਆਤਮਿਕ ਤਰੱਕੀ ਰੁਕੀ ਰਹਿੰਦੀ, ਪਰ ਮਨ ਦਾ ਇਹ ਸੁਭਾਅ ਕਿ ਉਹ ਕਿਸੇ ਚੀਜ਼ ਨਾਲ, ਕਿਸੇ ਸੁੱਖ ਨਾਲ ਸਦਾ ਲਈ ਤ੍ਰਿਪਤ ਨਹੀਂ ਹੁੰਦਾ। ਹਾਂ, ਆਰਜ਼ੀ ਭੁਲੇਖਾ ਜ਼ਰੂਰ ਹੋ ਜਾਂਦਾ ਹੈ, ਪਰ ਉਸ ਦੀ ਹਰੇਕ ਆਰਜ਼ੀ ਭਾਵ ਥੋੜ ਚਿਰੇ ਭੁਲੇਖੇ ਦੇ ਮਗਰੋਂ ਅੱਖ ਖੁੱਲ੍ਹਦੀ ਹੈ ਤਾਂ ਉਹ ਹੋਰ ਵੱਡਾ ਸੁੱਖ ਹਾਸਲ ਕਰਨ ਲਈ ਤੁਰ ਪੈਂਦਾ ਹੈ। ਇਸ ਤਰ੍ਹਾਂ ਉਸ ਦੀ ਆਤਮਿਕ ਤਰੱਕੀ ਦੀ ਰਫ਼ਤਾਰ ਵੀ ਜਾਰੀ ਰਹਿੰਦੀ ਹੈ ਤੇ ਪੱਕੇ ਤੌਰ ਤੇ ਸਿਰਫ ਉਦੋਂ ਖਤਮ ਹੁੰਦੀ ਹੈ ਜਦੋਂ ਪੂਰਨ ਸ਼ਾਂਤੀ ਤੇ ਆਨੰਦ ਦੇ ਸੋਮੇ ਨੂੰ ਲੱਭ ਕੇ ਉਹਦੇ ਵਿੱਚ ਤਾਰੀਆਂ ਲਾਉਂਦਾ ਲਾਉਂਦਾ ਉਸ ਦਾ ਰੂਪ ਹੋ ਜਾਏ। ਜਿਵੇਂ ਸਤਿਗੁਰੂ ਜੀ ਨੇ ਬਾਣੀ ਵਿੱਚ ਆਖਿਆ ਹੈ, सूरज किरण मिले जल का जल हुआ राम, ज्योति जोत रली संपूर्ण थी आराम। हुण असीं मन नूं मारन दा मतलब समझांगे। हौमे दे त्याग वास्ते मन उते काबू पाउणा ते जिथों तक हो सके इस दियां अयोग मंगां नूं रोकना ਤੇ ਹਮੇਸ਼ਾ ਇਸ ਨੂੰ ਸਿਮਰਨ ਅਭਿਆਸ ਵਿੱਚ ਲਾਈ ਰੱਖਣਾ ਚਾਹੀਦਾ ਹੈ। ਇੱਕ ਮਹਾਤਮਾ ਰਾਤ ਨੂੰ ਸੌਣ ਵੇਲੇ ਆਪਣੇ ਸਭ ਸਤਸੰਗੀਆਂ ਨੂੰ ਆਖਦੇ ਹੁੰਦੇ ਸਨ, ਭਾਈ ਰਾਤ ਆ ਗਈ ਜੇ, ਮਨ ਨਾਲ ਮੋਰਚਾ ਲਾ ਲਓ। ਖਾਣ ਪੀਣ, ਪਹਿਨਣ, ਹੱਸਣ, ਖੇਡਣ ਵਿੱਚ ਇਸ ਮਨ ਨੂੰ ਬੇਮੁਹਾਰਾ ਨਹੀਂ ਛੱਡਣਾ ਚਾਹੀਦਾ। ਇਸ ਦਾ ਮਤਲਬ ਇਹ ਨਹੀਂ ਕਿ ਮਨ ਦੀਆਂ ਯੋਗ ਲੋੜਾਂ ਵੀ ਬੰਦ ਕਰ ਦੇਣੀਆਂ ਚਾਹੀਦੀਆਂ ਨੇ। ਹਾਂ, ਸਗੋਂ ਮਨ ਨੂੰ ਭੁੱਖਿਆਂ ਰੱਖਣ ਨਾਲ ਇਸ ਦਾ ਅਸਰ ਜਿਹੜਾ ਹੈ ਉਹ ਉਲਟਾ ਵੀ ਹੋ ਸਕਦਾ ਹੈ। ਮਨ ਡਾਵਾਂ ਡੋਲ ਤੇ ਉਦਾਸ ਤੇ ਕਈ ਵਾਰ ਸਗੋਂ ਨੀਚ ਤੇ ਕਮੀਨਾ ਹੋ ਜਾਂਦਾ ਹੈ। ਇਸ ਵਾਸਤੇ ਮਨ ਨੂੰ ਦੁਨਿਆਵੀ ਪਾਸਿਆਂ ਤੋਂ ਰੋਕ ਕੇ ਰੂਹਾਨੀ ਪਾਸੇ ਵੱਲ ਹੌਲੀ-ਹੌਲੀ ਪਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਆਤਮਿਕ ਜ਼ਿੰਦਗੀ ਦਾ ਸੱਚਾ ਸਵਾਦ ਮਨ ਦੇ ਪਹਿਲੇ ਪੁਰਾਣੇ ਝੂਠੇ ਸਵਾਦਾਂ ਤੇ ਹੌਲੀ-ਹੌਲੀ ਪ੍ਰਭਾਵ ਪਾ ਲੈਂਦਾ ਹੈ। ਭਾਵ ਝੂਠੇ ਸਵਾਦ ਫਿੱਕੇ ਲੱਗਦੇ ਨੇ ਤੇ ਫਿਰ ਵਾਹਿਗੁਰੂ ਦੇ ਨਾਮ ਦਾ ਸਵਾਦ ਆਉਣ ਲੱਗ ਪੈਂਦਾ ਹੈ। ਜਿਵੇਂ ਜਿਵੇਂ ਹਉਮੈ ਘਟਦੀ ਹੈ, ਉਵੇਂ ਉਵੇਂ ਬੰਦੇ ਦੀ ਖੁਸ਼ੀ, ਆਨੰਦ, ਬੇਫਿਕਰੀ ਤੇ ਬੇਮੁਥਾਜੀ ਵੱਧ ਜਾਂਦੀ ਹੈ। ਅਰਸ਼ੀ ਜ਼ਿੰਦਗੀ ਦਾ ਮਹਾ ਆਨੰਦ ਆਉਂਦਾ ਹੈ ਤੇ ਇਨਸਾਨ ਅਰਸ਼ੀ ਜ਼ਿੰਦਗੀ ਦਾ ਹਿੱਸਾ ਬਣਨਾ ਸ਼ੁਰੂ ਕਰ ਦਿੰਦਾ ਹੈ। ਅਖੀਰ ਇੱਕ ਐਸੀ ਅਵਸਥਾ ਆ ਜਾਂਦੀ ਹੈ ਜਿੱਥੇ ਹਉਮੈ ਸਿਰਫ ਓਨੀ ਰਹਿ ਜਾਂਦੀ ਹੈ ਜਿੰਨੀ ਸਰੀਰ ਨੂੰ ਕਾਇਮ ਰੱਖਣ ਵਾਸਤੇ ਜ਼ਰੂਰੀ ਹੋ। ਆਤਮਾ ਅੱਠੇ ਪੈਰ ਪਰਮਾਤਮਾ ਦੇ ਪ੍ਰੇਮ ਵਿੱਚ ਲੀਨ ਰਹਿੰਦੀ ਹੈ। ਇਨਸਾਨ ਹਰ ਵੇਲੇ ਮਸਤ ਤੇ ਇਲਾਹੀ ਰੰਗ ਵਿੱਚ ਰੰਗਿਆ ਰਹਿੰਦਾ ਹੈ। ਇਹ ਮਨ ਦੀ ਫੁਰਨਿਆਂ ਤੇ ਸੰਕਲਪਾਂ ਤੋਂ ਰਹਿਤ ਅਵਸਥਾ ਹੁੰਦੀ ਹੈ, ਜਿਸ ਦੇ ਆਨੰਦ ਦੇ ਮੁਕਾਬਲੇ ਵਿੱਚ ਸ੍ਰਿਸ਼ਟੀ ਦਾ ਰਾਜ ਵੀ ਮਾਮੂਲੀ ਜਾਪਦਾ ਹੈ, ਜਾਂ ਉਸ ਮਿੱਟੀ ਦੇ ਖਿਡੌਣੇ ਵਰਗਾ ਜਾਪਦਾ ਹੈ ਜਿਸ ਦੇ ਬਦਲੇ ਉਸ ਤੋਂ 100 ਗੁਣਾ ਕੀਮਤੀ, ਸੋਹਣਾ ਤੇ ਨਾ ਟੁੱਟਣ ਭੱਜਣ ਵਾਲਾ ਖਿਡੌਣਾ ਮਿਲ ਗਿਆ ਹੋਵੇ। ਇਹ ਮਿਲਾਪ ਦੀ ਆਖਰੀ ਅਵਸਥਾ ਹੈ, ਜਿੱਥੇ ਸਿਰਫ ਮਿਲਾਪ ਦੀ ਖੁਸ਼ੀ ਮਾਨਣ ਜੋਗੀ ਹਉਮੈ ਹੀ ਰਹਿ ਜਾਂਦੀ ਹੈ। ਹਾਂ, ਇਸ ਅਵਸਥਾ ਤੋਂ ਪਰੇ ਮਿਲਾਪ ਨਹੀਂ ਰਹਿੰਦਾ, ਸਗੋਂ ਆਸ਼ਕ ਖੁਦ ਮਾਸ਼ੂਕ ਦਾ ਰੂਪ ਹੋ ਜਾਂਦਾ ਹੈ ਤੇ ਦਵੈ ਤੇ ਏਕ ਰੂਪ ਹੋ ਜਾਂਦਾ ਹੈ। ਹਉਮੈ ਦੇ ਖਤਮ ਹੋਣ ਨਾਲ ਸਰੀਰ ਦਾ ਕਾਇਮ ਰਹਿਣਾ ਮੁਸ਼ਕਲ ਹੈ। ਹਉਮੈ ਹੀ ਸਰੀਰ ਦੇ ਰਚੇ ਜਾਣ ਦਾ ਕਾਰਨ ਹੈ ਤੇ ਹਉਮੈ ਦੇ ਆਸਰੇ ਹੀ ਸਰੀਰ ਕਾਇਮ ਰਹਿੰਦਾ ਹੈ। ਤੇ ਹਉਮੈ ਦੇ ਖਤਮ ਹੋ ਜਾਣ ਨਾਲ ਸਰੀਰ ਵੀ ਖਤਮ ਹੋ ਜਾਂਦਾ ਹੈ, ਕਿਉਂਕਿ ਉਦੋਂ ਸਰੀਰ ਦੀ ਲੋੜ ਹੀ ਨਹੀਂ ਰਹਿੰਦੀ। ਜਿਵੇਂ ਕੋਠੇ ਤੇ ਚੜ੍ਹਨ ਵਾਸਤੇ ਪੌੜੀ ਦੀ ਲੋੜ ਹੁੰਦੀ ਹੈ, ਪਰ ਜਦੋਂ ਕੋਠੇ ਤੇ ਚੜ੍ਹ ਕੇ ਫਿਰ ਹੇਠਾਂ ਉਤਰਨਾ ਹੀ ਨਾ ਹੋਵੇ ਤਾਂ ਫਿਰ ਪੌੜੀ ਦੀ ਲੋੜ ਨਹੀਂ ਰਹਿੰਦੀ।
ਜਦੋਂ ਆਤਮਾ ਨੂੰ ਪਰਮਾਤਮਾ ਵਿੱਚ ਲੀਨ ਹੋ ਕੇ ਉੱਥੇ ਰਹਿਣ ਦਾ ਅਭਿਆਸ ਹੋ ਜਾਵੇ ਤੇ ਮੁੜ ਸਰੀਰ ਵਿੱਚ ਆਉਣਾ ਦੁਖਦਾਈ ਤੇ ਫਜ਼ੂਲ ਲੱਗੇ, ਤਾਂ ਫਿਰ ਸਰੀਰ ਦੀ ਅਗਲੇ ਜਨਮ ਦੀ ਕੋਈ ਲੋੜ ਨਹੀਂ ਰਹਿੰਦੀ। ਵੇਖੋ, ਗੁਰੂ ਜੀ ਨੇ ਆਖਿਆ ਸੀ, ਆਵਣ ਜਾਣ ਰਹਿਓ, ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦੀਓ। ਹਉਮੈ ਅਤੇ ਹਉਮੈ ਤੋਂ ਰਹਿਤ ਅਵਸਥਾ ਦੇ ਬਾਰੇ ਵਿੱਚ ਮਿਸਟਰ ਐਡਵਰਡ ਕਾਰਪੈਂਟਰ ਆਪਣੀ ਕਿਤਾਬ ਏ ਵਿਜ਼ਿਟ ਟੂ ਗਿਆਨੀ ਵਿੱਚ ਲਿਖਦੇ ਨੇ ਕਿ ਪੱਛਮੀ ਲੋਕ ਹਉਮੈ ਭਰੀ ਸ਼ਖਸੀਅਤ ਲੱਭਦੇ ਨੇ। ਸੋਹਣੀਆਂ ਵਿਚਾਰਾਂ ਨਾਲ ਭਰਿਆ ਹੋਇਆ ਦਿਮਾਗ, ਰੀਝ ਤੇ ਯਾਦਾਂ, ਉਮੀਦਾਂ ਤੇ ਡਰ, ਪ੍ਰੇਮ ਅਤੇ ਜਿੱਤਾਂ, ਹਉਮੈ ਤੇ ਉਸ ਦੀ ਸ਼ਖਸੀਅਤ, ਸਭ ਸ਼ਕਲਾਂ ਤੇ ਅਰਥਾਂ ਵਿੱਚ ਉਹ ਇਸ ਗੱਲ ਉੱਤੇ ਯਕੀਨ ਕਰਦੇ ਨੇ ਕਿ ਸੰਸਾਰਕ ਚੇਤਨਤਾ ਦੀ ਵੀ ਕੋਈ ਅਵਸਥਾ ਹੈ। ਪੂਰਬ ਦੇ ਰਹਿਣ ਵਾਲੇ ਸੰਸਾਰਕ ਸ਼ਖਸੀਅਤ ਭਾਲਦੇ ਨੇ, ਤੇ ਜਿੱਥੇ ਇਹ ਢੂੰਡ ਸਫਲ ਹੋਵੇ, ਸ਼ਖਸੀ ਆਪਾ ਅਤੇ ਜੀਵਨ ਇੱਕ ਸੁਪਨਾ ਪ੍ਰਤੀਤ ਹੁੰਦਾ ਹੈ ਤੇ ਕੇਵਲ ਅੰਦਰਲੇ ਦੀ ਸ਼ਾਨ ਦੇ ਪਰਛਾਵੇਂ ਭਾਸਦੇ ਨੇ।